ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਦਾ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਰਾਗ ਗੌੜੀ ਛੰਤ ਮਹੱਲੇ ਪੰਜਵੇਂ ਦੇ ਪਹਿਲੇ ਸ਼ਬਦ ਦੀ ਵਾਰੀ ਹੈ ਜੀ। ਰਾਗ ਗੌੜੀ ਛੰਤ ਮਹੱਲਾ ਪੰਜਵਾਂ। ਏਕ ਓਂਕਾਰ ਸਤਿਗੁਰੂ ਪ੍ਰਸਾਦ। ਮੇਰੇ ਮਨ ਵਿਰਾਗ ਪਿਆ ਜੀਓ, ਕਿਉ ਦੇਖਾਂ ਪ੍ਰਭ ਦਾਤੇ। ਮੇਰੇ ਮੀਤ ਸਖਾ ਹਰ ਜਿਉ, ਗੁਰਪੁਰਖ ਵਿਦਾਤੇ। ਪੁਰਖੋ ਵਿਦਾਤਾ ਏਕ ਸ੍ਰੀਧਰ, ਕਿਉ ਮਿਲੇ ਤੁਝੇ ਉਡੀਣੀਆਂ। ਕਰ ਕਰੋ ਸੇਵਾ ਸੀਸ ਚਰਨੀ, ਮਨ ਆਸ ਦਰਸ ਨਿਮਾਣੀਆਂ। ਸਾਸ ਸਾਸ ਨ ਘੜੀ ਵਿਸਰੇ, ਪਲ ਮੂਰਤ ਦਿਨ ਰਾਤੇ। ਨਾਨਕ ਸਾਰੰਗ ਜਿਉ ਪਿਆਸੇ, ਕਿਉ ਮਿਲੀਏ ਪ੍ਰਭ ਦਾਤੇ। ਇਕ ਬਿਨੋ ਕਰੋ ਜੀਓ, ਸੁਣ ਕੰਤ ਪਿਆਰੇ। ਮੇਰਾ ਮਨ ਤਨ ਮੋਹ ਲਿਆ ਜੀਓ, ਦੇਖ ਚਲਤ ਤੁਮਾਰੇ। ਚਲਤਾ ਤੁਮਾਰੇ ਦੇਖ ਮੋਹੀ, ਉਦਾਸ ਤਨ ਕਿਉ ਧੀਰੀਏ। ਗੁਣਵੰਤ ਨਾ ਦਇਆਲ ਬਾਲਾ, ਸਰਬ ਗੁਣ ਭਰਪੂਰੀਏ। ਪਿਰਦੋਸ ਨਾਹੀ ਸੁਖੋਂ ਦਾਤੇ, ਹਉ ਵਿਛੜੀ ਬੁਰਿਆਰੇ। ਬਿਨਵੰਤ ਨਾਨਕ ਦਇਆ ਤਾਰੋ, ਘਰ ਆਵੋ ਨਾ ਪਿਆਰੇ। ਹਉ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸਾ। ਹਉ ਸਿਰ ਅਰਪੀ ਤਿਸ ਮੀਤ ਪਿਆਰੇ, ਪ੍ਰਭ ਦੇ ਸੰਦੇਸਾ। ਅਰਪਿਆ ਤਾਂ ਸੀਸ ਸਥਾਨ ਗੁਰੂ ਪੇ, ਸੰਗ ਪ੍ਰਭ ਦਿਖਾਇਆ। ਖਿਨਮੇ ਸਗਲਾ ਦੁਖ ਮਿਟਿਆ, ਮਨ ਚਿੰਦਿਆ ਪਾਇਆ। ਦਿਨ ਰੈਣ ਰਲੀਆਂ ਕਰੇ ਕਾਮਣ, ਮਿਟੇ ਸਗਲ ਆਦੇਸਾ। ਬਿਨਵੰਤ ਨਾਨਕ ਕੰਤ ਮਿਲਿਆ, ਲੋੜ ਤੇ ਹਮ ਜੈਸਾ। ਮੇਰੇ ਮਨ ਆਨੰਦ ਭਿਆ ਜੀਓ, ਵਜੀ ਵਧਾਈ। ਕਰ ਲਾਲ ਆਇਆ ਪਿਆਰਾ, ਸਭ ਤਿਖਾ ਬਜਾਈ। ਮਿਲਿਆ ਤਾਂ ਲਾਲ ਗੋਪਾਲ ਠਾਕਰ, ਸਖੀ ਮੰਗਲ ਗਾਇਆ। ਸਭ ਮੀਤ ਬੰਧਪ ਹਰਖ ਉਪਜਿਆ, ਦੂਤ ਥਾਉ ਗਵਾਇਆ। ਅਨਹਦ ਵਾਜੇ ਵਜੇ ਘਰ ਮੇ, ਪੀਰ ਸੰਗ ਸੇਜ ਵਿਛਾਈ। ਬਿਨਵੰਤ ਨਾਨਕ ਸਹਿਜ ਰਹੇ, ਹਰ ਮਿਲਿਆ ਕੰਤ ਸੁਖਦਾਈ। ਅਨਹਦ ਵਾਜੇ ਵਜੇ ਘਰ ਮੇ, ਪੀਰ ਸੰਗ ਸੇਜ ਵਿਛਾਈ। ਬਿਨਵੰਤ ਨਾਨਕ ਸਹਿਜ ਰਹੇ, ਹਰ ਮਿਲਿਆ ਕੰਤ ਸੁਖਦਾਈ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਮੈਂ ਕਿਸ ਤਰ੍ਹਾਂ ਉਸ ਪਰਮੇਸ਼ਰ ਨਾਲ ਮਿਲਾਂ ਜੀ। ਗੁਰੂ ਜੀ ਕਹਿੰਦੇ ਨੇ, ਹੇ ਮੇਰੇ ਮਿੱਤਰ ਸਖਾ ਪਰਮੇਸ਼ਰ ਹਰ ਜਿਉ। ਗੁਰੂ ਜੀ ਪੁਰਸ਼ ਰੂਪ ਵਿਦਾਤੇ ਜੀ, ਮੇਰੇ ਮਨ ਵਿੱਚ ਤੁਹਾਡੇ ਲਈ ਵਿਯੋਗ ਦਾ ਭਾਵ ਪੈਦਾ ਹੋ ਗਿਆ ਹੈ ਜੀ। ਹੇ ਦਾਤਾਰ ਪਿਤਾ ਜੀ, ਮੈਂ ਕਿਸ ਤਰ੍ਹਾਂ ਤੁਹਾਡੇ ਦਰਸ਼ਨ ਕਰਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਵਿਦਾਤਾ ਅਤੇ ਮਾਇਆ ਪਤ ਪਰਮੇਸ਼ਰ ਜੀਓ, ਅਸੀਂ ਤੁਹਾਡੇ ਉਡੀਕਾਂ ਵਿੱਚ ਉਦਾਸ ਹੋ ਗਈਆਂ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੀਵ ਰੂਪ ਇਸਤਰੀਆਂ ਤੁਹਾਨੂੰ ਕਿਸ ਤਰ੍ਹਾਂ ਮਿਲਣ ਜੀ। ਸਾਡਾ ਮਨ ਕਰਦਾ ਹੈ ਜੀ ਕਿ ਅਸੀਂ ਆਪਣੇ ਹੱਥਾਂ ਨਾਲ, ਮਨ ਨਾਲ, ਤਨ ਨਾਲ ਗੁਰਸ਼ਬਦ ਗੁਰਬਾਣੀ ਨਾਮ ਦੀ ਸੇਵਾ ਕਰੀਏ ਜੀ ਅਤੇ ਆਪਣਾ ਸਿਰ ਚਰਨਾਂ ਉੱਤੇ ਧਰੀਏ ਜੀ। ਅਸਾਂ ਨਿਮਾਣੀਆਂ ਦੇ ਮਨ ਵਿੱਚ ਤੁਹਾਡੇ ਦਰਸ਼ਨ ਦੀ ਬੜੀ ਆਸ ਹੈ ਜੀ ਅਤੇ ਸਾਨੂੰ ਤੁਹਾਡਾ ਗੁਰਸ਼ਬਦ ਗੁਰਬਾਣੀ ਨਾਮ ਇੱਕ ਪਲ, ਘੜੀ, ਮਹੂਰਤ, ਦਿਨ ਰਾਤ ਅਤੇ ਸਵਾਸ ਨਾ ਵਿਸਰੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਅਸੀਂ ਪਪੀਹੇ ਵਾਂਗ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਜਲ ਲਈ ਤਰਸ ਰਹੇ ਹਾਂ ਜੀ, ਪਿਆਸੇ ਹਾਂ ਜੀ। ਹੇ ਦਾਤਾਰ ਪਿਤਾ, ਅਸੀਂ ਤੁਹਾਨੂੰ ਕਿਸ ਤਰ੍ਹਾਂ ਮਿਲੀਏ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਪਿਆਰੇ ਕੰਤ ਰੂਪ ਪਰਮੇਸ਼ਰ, ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ ਜੀ ਕਿ ਤੁਸੀਂ ਸਾਡੇ ਚਿੱਤਰ ਅਥਵਾ
ਤੁਹਾਡੇ ਅਸੀਂ ਤੁਹਾਡੇ ਚਰਿੱਤਰ ਅਥਵਾ ਕੌਤਕ ਵੇਖ ਕੇ ਸਾਡਾ ਮਨ ਤਨ ਮੋਹਿਆ ਗਿਆ ਹੈ ਜੀ, ਅਤੇ ਮੈਂ ਤੁਹਾਡੇ ਕੌਤਕ ਵੇਖ ਕੇ ਮੋਹਿਤ ਹੋ ਗਈ ਹਾਂ ਜੀ, ਵਿਜੋਗਣ ਹੋ ਗਈ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੀਵ ਰੂਪ ਇਸਤਰੀ ਭਲਾ ਕਿਸ ਤਰ੍ਹਾਂ ਧੀਰਜ ਧਾਰਨ ਕਰੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਤੂੰ ਗੁਣਵਾਨ ਪਰਮੇਸ਼ਰ ਪਤੀ ਰੂਪ ਪਰਮੇਸ਼ਰ ਹੈ ਜੀ, ਦਿਆਲੂ ਹੈ ਜੀ, ਸਦਾ ਜਵਾਨ ਹੈ ਜੀ, ਅਤੇ ਸਾਰਿਆਂ ਗੁਣਾਂ ਨਾਲ ਭਰਪੂਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਸੁੱਖਾਂ ਦੇ ਦਾਤੇ ਪਤੀ ਰੂਪ ਪਰਮੇਸ਼ਰ, ਤੁਹਾਡੇ ਵਿੱਚ ਕੋਈ ਦੋਸ਼ ਨਹੀਂ ਹੈ ਜੀ। ਮੈਂ ਹੀ ਭੈੜੀ ਆਪਣੇ ਬੁਰੇ ਵਿਕਾਰਾਂ ਕਰਮਾਂ ਕਾਰਨ ਤੁਹਾਡੇ ਤੋਂ ਵਿਛੜੀ ਹੋਈ ਹਾਂ ਜੀ। ਫਿਰ ਗੁਰੂ ਜੀ ਬੇਨਤੀ ਕਰਦੇ ਹਨ ਕਿ ਹੇ ਪਿਆਰੇ ਪਤੀ ਰੂਪ ਪਰਮੇਸ਼ਰ, ਸਾਡੇ ਉੱਤੇ ਆਪਣੀ ਦਇਆ ਕਰੋ ਜੀ, ਅਤੇ ਆਪਣੇ ਮੇਰੇ ਹਿਰਦੇ ਵਿੱਚ ਘਰ ਵਿੱਚ ਆ ਜਾਓ ਜੀ। ਭਾਵ ਮੇਰੇ ਹਿਰਦੇ ਅੰਦਰ ਤੁਹਾਡੇ ਗੁਰਸ਼ਬਦ ਗੁਰਬਾਣੀ ਨਾਮ ਦਾ ਵਾਸਾ ਹੋਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜੋ ਸਖੀ ਮੀਤ ਮੈਨੂੰ ਉਸ ਪਰਮੇਸ਼ਰ ਦਾ ਸੁਨੇਹਾ ਲਿਆ ਦੇਵੇ ਜੀ, ਭਾਵ ਗੁਰਸ਼ਬਦ ਗੁਰਬਾਣੀ ਨਾਲ ਜੋੜ ਦੇਵੇ ਜੀ, ਉਸ ਮਿੱਤਰ ਪਿਆਰੇ ਨੂੰ ਮੈਂ ਆਪਣਾ ਮਨ ਤਨ ਅਰਪਿਤ ਕਰ ਦਿਆਂ ਜੀ, ਅਤੇ ਆਪਣਾ ਸਾਰਾ ਦੋਸ਼, ਆਪਣਾ ਸਾਰਾ ਕੁਝ ਭੇਟਾ ਵਿੱਚ ਚੜ੍ਹਾ ਦਿਆਂ ਜੀ, ਅਤੇ ਆਪਣੇ ਸਿਰ ਤੱਕ ਅਰਪਿਤ ਕਰ ਦਿਆਂ ਜੀ। ਭਾਵ ਮੈਂ ਆਪਣਾ ਆਪ ਗੁਰਸ਼ਬਦ ਗੁਰਬਾਣੀ ਨਾਮ ਰੂਪ ਪਰਮੇਸ਼ਰ ਅੱਗੇ ਅਰਪਣ ਕਰ ਦਿਆਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੈਂ ਗੁਰੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਦੇ ਉੱਤਮ ਸਥਾਨ ਵਿੱਚ, ਭਾਵ ਸਾਧ ਸੰਗਤ ਵਿੱਚ ਆਪਣਾ ਸਿਰ ਅਰਪਿਤ ਕਰ ਦਿੱਤਾ ਹੈ ਜੀ। ਭਾਵ ਆਪਣਾ ਆਪ, ਆਪਣੀ ਹਉਮੈ ਨੂੰ ਛੱਡ ਕੇ ਗੁਰਸ਼ਬਦ ਗੁਰਬਾਣੀ ਨਾਮ ਦੇ ਅੱਗੇ ਆਪਣਾ ਸਭ ਕੁਝ ਅਰਪਿਤ ਕਰ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਨੇ ਮੇਰੇ ਅੰਗ ਸੰਗ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮੈਨੂੰ ਪਰਮੇਸ਼ਰ ਨਾਲ ਵਿਖਾਇਆ ਹੈ ਜੀ, ਮਿਲਾਇਆ ਹੈ ਜੀ, ਮੈਂ ਛਿਣ ਭਰ ਵਿੱਚ ਉਸ ਨੂੰ ਭੁੱਲ ਨਹੀਂ ਸਕਦੀ ਜੀ, ਕਿਉਂਕਿ ਮੇਰੇ ਸਾਰੇ ਦੁੱਖ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮਿਟ ਗਏ ਹਨ ਜੀ, ਅਤੇ ਮੈਂ ਮਨ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਰੂਪ ਇੱਛਾ ਦਾ ਫਲ ਪ੍ਰਾਪਤ ਕਰ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਆ, ਹੁਣ ਜੀਵ ਰੂਪ ਇਸਤਰੀ ਦਿਨ ਰਾਤ ਆਨੰਦ ਮਾਣਦੀ ਹੈ ਜੀ, ਅਤੇ ਇਸ ਦੀਆਂ ਸਾਰੀਆਂ ਚਿੰਤਾਵਾਂ ਗੁਰਸ਼ਬਦ ਗੁਰਬਾਣੀ ਨਾਮ ਧਾਰਨ ਕਾਰਨ ਖਤਮ ਹੋ ਗਈਆਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਹੋ ਜਿਹਾ ਅਸੀਂ ਲੋੜਦੇ ਸਾਂ, ਉਹੋ ਜਿਹਾ ਪਤੀ ਰੂਪ ਪਰਮੇਸ਼ਰ ਸਾਨੂੰ ਗੁਰਸ਼ਬਦ ਗੁਰਬਾਣੀ ਨਾਮ ਨਾਲ ਦੁਆਰਾ ਮਿਲ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੀ ਗੁਰਸ਼ਬਦ ਗੁਰਬਾਣੀ ਨਾਮ ਦੇ ਸਤਸੰਗਿਓ, ਹੁਣ ਗੁਰਸ਼ਬਦ ਗੁਰਬਾਣੀ ਨਾਮ ਦੀ ਮੇਰੇ ਮਨ ਵਿੱਚ ਆਨੰਦਮਈ ਸਥਿਤੀ ਹੋ ਗਈ ਹੈ ਜੀ, ਅਤੇ ਵਧਾਈ ਦੇ ਵਾਜੇ ਵੱਜ ਰਹੇ ਹਨ ਜੀ। ਵਧਾਈ ਦੇ ਵਾਜੇ ਭਾਵ ਮੈਂ ਬਹੁਤ ਖੁਸ਼ ਹਾਂ ਜੀ, ਕਿਉਂਕਿ ਮੇਰੇ ਹਿਰਦੇ ਰੂਪ ਘਰ ਵਿੱਚ ਪ੍ਰੀਤਮ ਰੂਪ ਪਰਮੇਸ਼ਰ ਗੁਰਸ਼ਬਦ ਗੁਰਬਾਣੀ ਨਾਮ ਆ ਵਸਿਆ ਹੈ ਜੀ, ਅਤੇ ਮੇਰੀਆਂ ਸਾਰੀਆਂ ਤ੍ਰਿਸ਼ਨਾਵਾਂ ਦੂਰ ਹੋ ਗਈਆਂ ਹਨ ਜੀ, ਅਤੇ ਹੁਣ ਮੇਰੇ ਅੰਦਰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਲਾਲ ਠਾਕਰ ਰੂਪ ਪਰਮੇਸ਼ਰ ਗੋਪਾਲ ਮਿਲ ਗਿਆ ਹੈ ਜੀ,
ਅਤੇ ਮੇਰੀਆਂ ਇੰਦਰੀਆਂ ਰੂਪ ਸਖੀਆਂ ਨੇ ਮੰਗਲਮਈ ਭਾਵ ਗੁਰਸ਼ਬਦ ਗੁਰਬਾਣੀ ਨਾਮ ਦੇ ਗੀਤ ਗਾਏ, ਭਾਵ ਗੁਣ ਗਾਇਨ ਸਿਮਰਨ ਕੀਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੇਰੇ ਸਾਰੇ ਮਿੱਤਰਾਂ ਸੰਬੰਧੀਆਂ ਵਿੱਚ ਖੁਸ਼ੀ ਦੀ ਲਹਿਰ ਚੱਲ ਪਈ ਹੈ ਜੀ, ਅਤੇ ਵਿਕਾਰਾਂ ਰੂਪ ਦੂਤਾਂ ਦਾ ਥਾਂ ਠਿਕਾਣਾ ਖਤਮ ਹੋ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੇਰੇ ਘਰ ਵਿੱਚ ਅਨਹਦ ਗੁਰਸ਼ਬਦ ਗੁਰਬਾਣੀ ਨਾਮ ਦੇ ਵਾਜੇ ਵੱਜ ਰਹੇ ਹਨ ਜੀ, ਅਤੇ ਮੈਂ ਆਪਣੇ ਪਤੀ ਰੂਪ ਪਰਮੇਸ਼ਰ ਨਾਲ ਆਪਣੀ ਸੇਜ ਵਿਛਾ ਲਈ ਹੈ ਜੀ। ਭਾਵ ਮੈਂ ਹਰ ਪਲ ਸੁੱਤਿਆਂ ਜਾਗਦਿਆਂ, ਹਰ ਪਲ ਹਰ ਛਿਣ ਸਵਾਸ ਆਪ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜ ਗਈ ਹਾਂ ਜੀ। ਫਿਰ ਗੁਰੂ ਜੀ ਬੇਨਤੀ ਕਰਦੇ ਹਨ ਕਿ ਹੇ ਜੀਵ ਰੂਪ ਇਸਤਰੀ, ਗੁਰਸ਼ਬਦ ਗੁਰਬਾਣੀ ਨਾਮ ਦੇ ਹਿਰਦੇ ਵਿੱਚ ਵਾਸਾ ਹੋਣ ਕਾਰਨ ਮੈਨੂੰ ਸਹਿਜ ਅਵਸਥਾ ਮਿਲ ਗਈ ਹੈ ਜੀ, ਉਸ ਵਿੱਚ ਰਹਿੰਦੀ ਹਾਂ ਜੀ, ਕਿਉਂਕਿ ਪਰਮੇਸ਼ਰ ਹਰ ਰੂਪ ਸੁਦਾਇਕ ਕੰਤ ਰੂਪ ਪਰਮੇਸ਼ਰ ਮਿਲ ਗਿਆ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਇੱਕ ਜੀਵ ਰੂਪ ਇਸਤਰੀ ਦਾ ਰੂਪ ਲੈ ਕੇ ਪਤੀ ਰੂਪ ਪਰਮੇਸ਼ਰ ਨੂੰ ਮਿਲਣ ਦੀ ਤੀਬਰਤਾ ਦੱਸੀ ਹੈ ਜੀ। ਪਹਿਲੇ ਪਦੇ ਵਿੱਚ ਇੱਕ ਵਿਰਾਗੀ ਦੀ ਦਸ਼ਾ ਦੱਸੀ ਹੈ ਜੀ, ਕਿ ਕਿਸ ਤਰ੍ਹਾਂ ਜੀਵ ਰੂਪ ਇਸਤਰੀ ਗੁਰਸ਼ਬਦ ਗੁਰਬਾਣੀ ਨਾਮ ਨਾਲ ਇੱਕ ਪਲ, ਇੱਕ ਘੜੀ ਅਤੇ ਦਿਨ ਰਾਤ ਸਵਾਸ ਗੁਰਸ਼ਬਦ ਗੁਰਬਾਣੀ ਨਾਲ ਜੁੜੇ ਜੀ। ਫਿਰ ਗੁਰੂ ਜੀ ਦੱਸਦੇ ਹਨ ਕਿ ਜੀਵ ਰੂਪ ਇਸਤਰੀ ਪਪੀਹੇ ਵਾਂਗ ਗੁਰਸ਼ਬਦ ਗੁਰਬਾਣੀ ਨਾਮ ਰੂਪ ਸਵਾਤੀ ਬੂੰਦ ਦੇ ਪਿਆਸੀ ਹੈ ਜੀ, ਅਤੇ ਕਹਿੰਦੀ ਹੈ ਜੀ ਕਿ ਹੇ ਮੇਰੇ ਪਤੀ ਰੂਪ ਪਰਮੇਸ਼ਰ, ਤੁਹਾਨੂੰ ਮੈਂ ਕਿਸ ਤਰ੍ਹਾਂ ਮਿਲਾਂ ਜੀ। ਫਿਰ ਗੁਰੂ ਜੀ ਦੱਸਦੇ ਹਨ ਕਿ ਕਿਸ ਤਰ੍ਹਾਂ ਜੀਵ ਰੂਪ ਇਸਤਰੀ ਆਪਣੇ ਪਤੀ ਰੂਪ ਪਰਮੇਸ਼ਰ ਤੋਂ ਬਿਨਾਂ ਉਦਾਸ ਹੈ ਜੀ, ਅਤੇ ਨਿਮਾਣੀ ਹੋ ਕੇ ਭਾਵ ਮਾਇਆ ਵਿਕਾਰਾਂ ਨੂੰ ਤਿਆਗ ਕੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਵਾਸ ਆਪਣੇ ਹਿਰਦੇ ਵਿੱਚ ਵਸਾਉਂਦੀ ਹੈ ਅਤੇ ਧਿਆਉਂਦੀ ਹੈ ਜੀ, ਅਤੇ ਆਸਮੰਦ ਹੋ ਕੇ ਪਤੀ ਰੂਪ ਪਰਮੇਸ਼ਰ ਨੂੰ ਰੂਪ ਮੇਰੇ ਤੇ ਬੇਨਤੀ ਕਰਦੀ ਹੈ ਜੀ ਕਿ ਹੇ ਪਰਮੇਸ਼ਰ, ਮੇਰੇ ਤੇ ਮਿਹਰ ਕਰੋ ਅਤੇ ਮੇਰੇ ਹਿਰਦੇ ਵਿੱਚ ਤੁਹਾਡਾ ਗੁਰਸ਼ਬਦ ਗੁਰਬਾਣੀ ਨਾਮ ਵਸ ਜਾਵੇ ਜੀ, ਅਤੇ ਮੈਂ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਤੁਹਾਡੇ ਦਰਸ਼ਨ ਕਰ ਸਕਾਂ ਜੀ। ਜਿਸ ਤਰ੍ਹਾਂ ਫਿਰ ਗੁਰੂ ਜੀ ਇਸ ਪੰਕਤੀ ਵਿੱਚ ਦੱਸਦੇ ਹਨ, ਘਰ ਆਵੋ ਨਾ ਪਿਆਰੇ, ਘਰ ਆਵੋ ਨਾ ਪਿਆਰੇ। ਫਿਰ ਗੁਰੂ ਜੀ ਤੀਸਰੇ ਪਦੇ ਵਿੱਚ ਸਾਨੂੰ ਦੱਸਦੇ ਹਨ ਕਿ ਜੀਵ ਰੂਪ ਇਸਤਰੀ ਪਤੀ ਰੂਪ ਪਰਮੇਸ਼ਰ ਭਾਵ ਗੁਰਸ਼ਬਦ ਗੁਰਬਾਣੀ ਨਾਮ ਨਾਲ ਮਿਲਾਉਣ ਵਾਲੇ ਉਤੋਂ ਆਪਣਾ ਤਨ ਮਨ ਧਨ ਸਭ ਕੁਛ ਵਾਰ ਦੇਵੇ। ਜਿਹੜਾ ਵੀ ਸਖੀ ਮੀਤ ਉਸ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੇ ਰਸਤੇ ਲਗਾਵੇ ਜੀ, ਗੁਰੂ ਜੀ ਕਹਿੰਦੇ ਹਨ ਉਸ ਨੂੰ ਮੈਂ ਆਪਣਾ ਸਭ ਕੁਛ ਅਰਪਣ ਕਰ ਦੇਵਾਂ ਜੀ, ਅਤੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣੇ ਪਤੀ ਰੂਪ ਪਰਮੇਸ਼ਰ ਨਾਲ ਇਕਮਿਕ ਹੋ ਜਾਵਾਂ ਜੀ। ਫਿਰ ਚੌਥੇ ਪਦੇ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਜੀਵ ਰੂਪ ਇਸਤਰੀ ਦੇ 5 ਦੁਸ਼ਮਣਾਂ ਦਾ ਨਾਸ ਹੋ ਗਿਆ ਹੈ ਜੀ। 5 ਦੁਸ਼ਮਣ ਭਾਵ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ। ਫਿਰ ਗੁਰੂ ਜੀ ਦੱਸਦੇ ਹਨ ਕਿ ਗੁਰਸ਼ਬਦ ਗੁਰਬਾਣੀ ਨਾਮ ਮੇਰੇ ਘਰ ਵਿੱਚ ਆ ਵਸਿਆ ਹੈ ਜੀ, ਭਾਵ ਜੀ ਰੂਪ ਇਸਤਰੀ ਦੇ ਹਿਰਦੇ ਵਿੱਚ ਵਸ ਗਿਆ ਹੈ ਜੀ। ਫਿਰ ਗੁਰੂ ਜੀ ਦੱਸਦੇ ਹਨ ਕਿ ਗੁਰਸ਼ਬਦ ਗੁਰਬਾਣੀ ਨਾਮ ਹਿਰਦੇ ਵਿੱਚ ਵਸਣ ਕਾਰਨ ਜੀਵ ਰੂਪ ਇਸਤਰੀ ਆਨੰਦਮਈ ਹੋ ਗਈ ਹੈ ਜੀ, ਅਤੇ ਉਹ ਸਾਰਿਆਂ ਨੂੰ
ਦੱਸਦੀ ਹੈ ਜੀ ਕਿ ਮੈਨੂੰ ਵਧਾਈ ਦਿਓ ਜੀ ਕਿ ਮੇਰੇ ਸੁੱਖਾਂ ਦਾ ਦਾਤਾ ਪਤੀ ਰੂਪ ਪਰਮੇਸ਼ਰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮੈਂ ਉਸ ਨਾਲ ਮਿਲ ਗਈ ਹਾਂ ਜੀ, ਅਤੇ ਹਰ ਪਾਸੇ ਹੁਣ ਆਨੰਦਮਈ ਮੰਗਲ ਦੇ ਗੁਣ ਗਾਉਂਦੀ ਹਾਂ ਜੀ। ਭਾਵ ਮੈਂ ਉਸ ਪਰਮੇਸ਼ਰ ਨਾਲ ਗੁਰਸ਼ਬਦ ਗੁਰਬਾਣੀ ਨਾਮ ਨਾਲ ਦੁਆਰਾ ਜੁੜ ਗਈ ਹਾਂ ਜੀ, ਅਤੇ ਮੈਂ ਹਰ ਵੇਲੇ ਸਵਾਸ ਦਿਨ ਰਾਤ ਉਸ ਪਰਮੇਸ਼ਰ ਦੇ ਗੁਣ ਗਾਉਂਦੀ ਹਾਂ ਜੀ, ਸਿਮਰਨ ਕਰਦੀ ਹਾਂ ਜੀ, ਤੇ ਇੱਕਮਿਕ ਹੋ ਗਈ ਹਾਂ ਜੀ। ਅਤੇ ਮੈਨੂੰ ਨਿਜ ਘਰ ਅਨਹਦ ਵਾਜੇ ਭਾਵ ਆਨੰਦ ਮਨ ਵਿੱਚ ਆਨੰਦ ਆ ਗਿਆ ਹੈ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਦੱਸਦੇ ਹਨ, ਅਨਹਦ ਵਾਜੇ ਵਜੇ ਘਰ ਮੇ ਪੀਰ ਸੰਗ ਸੇਜ ਵਿਛਾਈ, ਬਿਨਵੰਤ ਨਾਨਕ ਸਹਿਜ ਰਹੇ, ਹਰ ਮਿਲਿਆ ਕੰਤ ਸੁਖਦਾਈ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।